ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਬੇਟੇ ਤੁਹਾਡਾ ਪੰਜਾਬੀ ਸਾਹਿਤ ਦੀ ਆਪਣੀ ਇਸ ਕਲਾਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਆਧੁਨਿਕ ਪੰਜਾਬੀ ਕਵਿਤਾ ਦਾ ਅੱਜ ਦੂਸਰਾ ਲੇਖਕ ਪੜ੍ਹਨ ਜਾ ਰਹੇ ਹਾਂ, ਜਿਨ੍ਹਾਂ ਦਾ ਨਾਮ ਹੈ ਧਨੀ ਰਾਮ ਚਾਤ੍ਰਿਕ। ਧਨੀ ਰਾਮ ਚਾਤ੍ਰਿਕ ਜਿਹੜੇ ਹੈਗੇ ਨੇ, ਉਹਨਾਂ ਨੇ ਇਸ ਕਵਿਤਾ ਦੇ ਵਿੱਚ ਕ੍ਰਿਸ਼ਨ ਦੇ ਪ੍ਰੇਮ ਦੇ ਵਿੱਚ ਜਿਹੜੀ ਰਾਧਾ ਹੈ ਉਹ ਕੁੰਠ ਜਾਂਦੀ ਹੈ ਅਤੇ ਕ੍ਰਿਸ਼ਨ ਦੇ ਉਪਦੇਸ਼ ਲੈ ਕੇ ਆਏ ਉਦੋਂ ਦੇ ਨਾਲ ਹੋਈਆਂ ਗੱਲਾਂ ਦਾ ਵਰਣਨ ਇਸ ਪੈਰੇ ਦੇ ਵਿੱਚ, ਜਿਹੜਾ ਪਹਿਲਾ ਪੈਰਾ ਹੈ ਅਸੀਂ ਉਹਦੇ ਵਿੱਚ ਪੜ੍ਹਾਂਗੇ। ਸਟਾਰਟਿੰਗ ਦੇ ਵਿੱਚ ਜਿਵੇਂ ਥੋੜ੍ਹਾ ਜਿਹਾ ਇਹਨਾਂ ਨੇ ਰੈਫਰੈਂਸ ਦਿੱਤਾ ਹੈਗਾ ਕਿ ਕੰਸ ਨੂੰ ਮਾਰ ਕੇ ਸ਼੍ਰੀ ਕ੍ਰਿਸ਼ਨ ਜੀ ਮਥੁਰਾ ਦੇ ਰਾਜ ਪ੍ਰਬੰਧ ਦੇ ਵਿੱਚ ਜੁਟ ਜਾਂਦੇ ਨੇ, ਜਿਹਦੇ ਪਿੱਛੋਂ ਬ੍ਰਿਜ ਦੀਆਂ ਗੋਪੀਆਂ ਵੱਲੋਂ ਸੁਨੇਹੇ ਆਉਂਦੇ ਨੇ ਅਤੇ ਅੰਤ ਸ਼੍ਰੀ ਕ੍ਰਿਸ਼ਨ ਜੀ ਉਦੋਂ ਨੂੰ ਭੇਜਦੇ ਨੇ ਕਿ ਸਾਡੀ ਲਾਚਾਰੀ ਜਤਾ ਕੇ ਗੋਪੀਆਂ ਨੂੰ ਗਿਆਨ ਜਿਹੜਾ ਹੈਗਾ ਉਪਦੇਸ਼ ਕਰਕੇ ਆਓ। ਉਦੋਂ ਦੀਆਂ ਗੱਲਾਂ ਤੋਂ ਖਿੱਚ ਕੇ ਜਿਹੜੀ ਰਾਧਾ ਉਹਨੂੰ ਉੱਤਰ ਦਿੰਦੀ ਹੈ। ਪ੍ਰੇਮ ਜਿਹੜਾ ਪਿਆਰ ਜਿਹੜਾ ਹੈਗਾ ਲਗਨ ਦੇ ਵਿੱਚ ਝੱਲੀ ਹੋਈ ਕੋਈ ਗੱਲ ਉਦੋਂ ਨਾਲ ਕਰਦੀ ਹੈ ਅਤੇ ਕੋਈ ਗੱਲ ਕਿਸੇ ਵੇਲੇ ਉਹ ਕ੍ਰਿਸ਼ਨ ਸਮਝ ਕੇ ਕਰਦੀ ਹੈ। ਕਈ ਬੱਚੇ ਮਤਲਬ ਕਿ ਮੈਨੂੰ ਪੁੱਛਦੇ ਨੇ ਕਿ ਅਸੀਂ ਇਸ ਕਿਤਾਬ ਦੇ ਵਿੱਚ ਕੀ ਕਰਨਾ ਹੈਗਾ, ਇਸ ਕਿਤਾਬ ਦਾ ਕੀ ਕਰਨਾ ਹੈਗਾ। ਇਹਦੇ ਵਿੱਚੋਂ ਬੇਟੇ ਤੁਹਾਨੂੰ ਪ੍ਰਸੰਗ ਸਾਹਿਤ ਵਿਆਖਿਆ ਆ ਸਕਦੀ ਹੈ, ਜਿਵੇਂ ਕਿ ਤੁਸੀਂ ਪਹਿਲਾਂ ਕਰਿਆ ਹੀ ਕਰਦੇ ਸੀਗੇ, ਛੋਟੇ ਕੁਐਸਚਨ ਆ ਸਕਦੇ ਨੇ। ਇਹ ਚੀਜ਼ਾਂ ਤੁਸੀਂ ਜਿਹੜੀਆਂ ਹੈਗੀਆਂ ਨੇ ਉਹ ਪ੍ਰਿਪੇਅਰ ਕਰਨੀ ਹੈਗੀਆਂ ਨੇ। ਬਾਕੀ ਦਾ ਜਿਹੜਾ ਹੈਗਾ ਆਪਾਂ ਜਿਹੜਾ ਸਿਲੇਬਸ ਹੈ ਉਹਦੇ ਨੀਚੇ ਜਾ ਕੇ ਤੁਸੀਂ ਦੇਖ ਸਕਦੇ ਹੋ, ਲਿਖਿਆ ਹੋਇਆ ਹੈ ਕਿ ਕਿਹੜਾ ਪ੍ਰਸ਼ਨ ਕਿੰਨੇ ਅੰਕ ਦਾ ਹੋਵੇਗਾ ਅਤੇ ਕਿਸ ਬੁੱਕ ਦੇ ਵਿੱਚੋਂ ਕਿ ਇਹ ਕਿਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਪੁੱਛੇ ਜਾਣਗੇ। ਹਾਂਜੀ, ਅਸੀਂ ਜਿਹੜੀ ਹੈ ਕਵਿਤਾ ਪੜ੍ਹਦੇ ਹਾਂ ਅੱਗੇ। ਕਹਿੰਦਾ ਉਦੋਂ ਕਹਿਣ ਦੀ ਗੱਲ ਸੁਣਾ ਸਾਨੂੰ, ਕਾਹਨੂੰ ਚਿਣਗ ਚੁਆਤੀਆਂ ਲਾਈਆਂ ਨੀ, ਮਸਾਂ ਸਨ 18 ਘੋ ਲੱਗੇ, ਨਵੀਆਂ ਨਸ਼ਤਰਾਂ ਆਣ ਚਲਾਈਆਂ ਨੀ, ਅਸਾਂ ਕਾਲਜੇ ਘੁੱਟ ਕੇ ਬਹਿ ਗਏ ਸਾਂ, ਮੁੜ ਕੇ ਸੁੱਤੀਆਂ ਕਲਾਂ ਜਗਾਈਆਂ ਨੀ, ਤੇਰੇ ਗਿਆਨ ਦੀ ਪੁੜੀ ਨਹੀਂ ਕਾਟ ਕਰਦੀ, ਇਹਨਾਂ ਪੀੜਾਂ ਦੀ ਹੋਰ ਦਵਾਈਆਂ ਨੀ, ਆਪ ਆਉਣ ਦੀ ਨਹੀਂ ਜੇ ਨੀਤ ਉਸਦੀ, ਕਾਹਨੂੰ ਗੋਗਲੂ ਤੋਂ ਮਿੱਟੀ ਝਾੜਦਾ ਹੈ, ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ, ਪਾਪਾ ਤੇਲ ਕਿਉਂ ਸਾੜਦਾ ਹੈ। ਇਸ ਪਹਿਰੇ ਦੇ ਵਿੱਚ ਜਿਹੜੀ ਰਾਧਾ ਹੈਗੀ ਉਹ ਉਦੋਂ ਨੂੰ ਕਹਿੰਦੀ, ਜਿਹੜਾ ਉਹਨੂੰ ਸੁਨੇਹਾ ਲੈ ਕੇ ਆਉਂਦਾ ਹੈ ਕਿ ਤੂੰ ਕ੍ਰਿਸ਼ਨ ਦੀ ਕੋਈ ਗੱਲ ਸੁਣਾ, ਹੋਰ ਗੱਲਾਂ ਕਿਉਂ ਕਰਦਾ, ਹੋਰ ਗੱਲਾਂ ਕਰਕੇ ਨਵੀਆਂ ਅੱਗਾਂ ਕਿਉਂ ਮਚਾਉਂਦਾ ਹੈ। ਅਸੀਂ ਜਿਹੜੇ ਹੈਗੇ ਆ ਸ਼੍ਰੀ ਕ੍ਰਿਸ਼ਨ ਦੇ ਵਿਛੋੜੇ ਦਾ ਜਿਹੜਾ ਦੁੱਖ ਆ ਉਹ ਮਸਾਂ ਹੀ ਭੁਲਾ ਸਕੇ ਹਾਂ, ਪਰ ਤੂੰ ਆ ਕੇ ਨਵੇਂ ਬਾਣ ਚਲਾਉਣਾ, ਨਵੇਂ ਨਸ਼ਤਰ ਚਲਾਉਣਾ। ਅਸੀਂ ਤਾਂ ਸਬਰ ਕਰਕੇ ਬੈਠ ਗਏ ਸੀ, ਪਰ ਤੂੰ ਆ ਕੇ ਸੁੱਤੀਆਂ ਕਲਾਂ ਜਗਾਈਆਂ ਨੇ। ਤੇਰੇ ਗਿਆਨ ਦੀ ਜਿਹੜੀ ਪੁੜੀ ਆ ਉਹ ਸਾਡੀ ਬਿਮਾਰੀ ਨੂੰ ਨਹੀਂ ਕੱਟ ਸਕਦੀ। ਇਹਨਾਂ ਪੁੜੀਆਂ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਕੋਈ ਹੋਰ ਹੀ ਨੇ। ਜੇ ਸ਼੍ਰੀ ਕ੍ਰਿਸ਼ਨ ਦੀ ਆਪਣੀ ਆਉਣ ਦੀ ਨੀਤ ਨਹੀਂ ਤਾਂ ਸਾਡਾ ਦਿਲ ਕਿਉਂ ਦਿਖਾਉਂਦਾ, ਕਿਉਂ ਯਾਦ ਆਉਂਦਾ, ਕਿਉਂ ਸੁਨੇਹੇ ਭੇਜਦਾ। ਅਤੇ ਜੇ ਉਹ ਸਾਡੇ ਦਿਲ ਦੀ ਅੱਗ ਨਹੀਂ ਬੁਝਾ ਸਕਦਾ ਤਾਂ ਹੋਰ ਕਿਉਂ ਉੱਪਰ ਤੇਲ ਪਾਉਂਦਾ। ਅਗਲਾ ਪੈਰਾ ਕਹਿੰਦਾ ਉਸ ਨੂੰ ਆਖ ਅੱਖੀਂ ਆ ਕੇ ਦੇਖ ਜਾਏ, ਸਾਨੂੰ ਪੂੰਝ ਦੇ ਵਾਂਗ ਕੁਰਲਾਉਂਦਿਆਂ ਨੂੰ, ਵਾਟਾਂ ਵੇਂਹਦਿਆਂ ਔਸੀਆਂ ਪਾਉਂਦਿਆਂ ਨੂੰ, ਤਾਰੇ ਗਿਣ ਕੇ ਰਾਤ ਲੰਘਾਉਂਦਿਆਂ ਨੂੰ, ਸਾਂਗਾਂ ਸਾਂਹਦਿਆਂ ਜਿੰਦ ਲੜਖੜਾਉਂਦਿਆਂ ਨੂੰ, ਘੁੜ ਹਿਜਰ ਵਿੱਚ ਮੁੱਕਦੇ ਜਾਂਦਿਆਂ ਨੂੰ। ਅੱਗੇ ਫੁੱਟ ਗਿਆ ਨਸੀਬਾਂ 'ਤੇ ਝੁਰਦਿਆਂ ਨੂੰ, ਘਰੋਂ ਕੱਢ ਕੇ ਬਰਕਤਾਂ ਪਛਤਾਉਂਦਿਆਂ ਨੂੰ, ਤੂੰ ਤਾਂ ਮਥੁਰਾ ਦੀਆਂ ਕੁੰਜੀਆਂ ਸਭ ਬੈਠੋ, ਇੱਧਰ ਗੋਕਲ ਨੂੰ ਵੱਜ ਰਹੇ ਜੰਦਰੇ ਵੇ, ਜਾ ਕੇ ਘਰਾਂ ਵੱਲ ਮੁੜਨ ਦੀ ਜਾਚ ਭੁੱਲ ਗਈ, ਨਿਕਲ ਗਇਓ ਵਿਹੜੇ ਕਿਹੜੇ ਚੰਦਰੇ। ਇਸ ਜਿਹੜੀ ਇਹ ਵਾਲੀ ਜਿਹੜੀ ਲਾਈਨਾਂ ਹੈਗੀਆਂ ਨੇ, ਇਹਨਾਂ ਦੇ ਵਿੱਚ ਜਿਹੜੀ ਰਾਧਾ ਹੈ ਉਹ ਥੋੜ੍ਹੀ ਖਫਾ ਹੈ, ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਉਹ ਕਹਿੰਦੀ ਉਦੋਂ ਨੂੰ ਉਹ ਲਾਉਂਦੀ ਆ ਸੁਨੇਹਾ, ਕਹਿੰਦੀ ਤੂੰ ਕ੍ਰਿਸ਼ਨ ਨੂੰ ਜਾ ਕੇ ਕਹਿ ਕਿ ਉਹ ਮੈਨੂੰ ਵਿਛੋੜੇ ਦੇ ਵਿੱਚ ਤੜਫਦੀ ਨੂੰ ਆਪ ਆ ਕੇ ਵੇਖੇ। ਮੈਂ ਉਹਦਾ ਰਾਹ ਵੇਖ ਰਹੀ ਹਾਂ, ਔਸੀਆਂ ਬਾਰੀਆਂ ਉਡੀਕਾਂ ਕਰ ਰਹੀ ਹਾਂ, ਉਹਦੇ ਵਿਛੋੜੇ ਦੇ ਵਿੱਚ ਮੈਂ ਤੜਫ ਰਹੀ ਹਾਂ, ਤਾਰੇ ਗਿਣ ਮੈਂ ਰਾਤਾਂ ਲੰਘਾਉਂਦੀ ਹਾਂ। ਇਸ ਤਰ੍ਹਾਂ ਮੈਂ ਵਿਛੋੜੇ ਦੀਆਂ ਜਿਹੜੀਆਂ ਸਾਂਗਾਂ ਨੇ ਉਹ ਸਹਿ ਰਹੀ ਹਾਂ, ਜਿੰਦ ਨੂੰ ਤੜਫਾ ਰਹੀ ਹਾਂ। ਮੈਂ ਉਹਦੇ ਹਿਜਰ ਦੇ ਵਿੱਚ ਮੈਂ
ਘੁਲ ਘੁਲ ਕੇ ਮਰ ਰਹੀ ਹੈ, ਮਤਲਬ ਵਿਛੋੜਾ। ਮੈਂ ਆਪਣੀ ਭੈੜੀ ਕਿਸਮਤ ਦੇ ਉੱਤੇ ਝੂਰ ਰਹੀ ਹਾਂ ਅਤੇ ਸ਼੍ਰੀ ਕ੍ਰਿਸ਼ਨ ਰੂਪ ਨੂੰ ਆਪ ਘਰੋਂ ਕੱਢ ਕੇ ਪਛਤਾ ਰਹੀ ਹਾਂ। ਉਹਨੇ ਆਪ ਤਾਂ ਮਥੁਰਾ ਦੀਆਂ ਕੁੰਜੀਆਂ ਸਾਂਭ ਲਈਆਂ ਨੇ, ਪਰ ਇੱਧਰ ਗੋਕਲ ਨੂੰ ਜੰਦਰੇ ਵੱਜ ਗਏ ਨੇ। ਅਰਥਾਤ ਉਹ ਆਪ ਤਾਂ ਕੰਸ ਨੂੰ ਮਾਰ ਕੇ ਮਥੁਰਾ ਦਾ ਰਾਜਾ ਬਣ ਗਿਆ, ਪਰ ਇੱਧਰ ਗੋਕਲ ਦੀ ਸਾਰੀ ਰੌਣਕ ਤੇ ਰੰਗੀਨੀ ਖਤਮ ਹੋ ਗਈ ਹੈ। ਪਤਾ ਨਹੀਂ ਕਿਹੜੇ ਚੰਦਰੇ ਦਿਨ ਉਹ ਘਰੋਂ ਨਿਕਲ ਕੇ ਗਿਆ ਸੀ। ਉਹਨੂੰ ਮੁੜ ਕੇ ਘਰ ਵੱਲ ਆਉਣ ਦੀ ਜਾਚ ਹੀ ਭੁੱਲ ਗਈ। ਉਹਨੂੰ ਜਾ ਕੇ ਕਹਿ ਕਿ ਮੈਂ ਪਲ ਪਲ ਉਹਦੀ ਉਡੀਕ ਕਰਦੀ ਹਾਂ, ਤੈਨੂੰ ਮਿਲਣ ਲਈ ਤੜਫ ਰਹੀ ਹਾਂ। ਅੱਗੇ ਕਹਿੰਦੀ ਗੱਲਾਂ ਨਾਲ ਕੀ ਪਿਆ ਪਰਚਾਉਂਦਾ ਏ, ਉਹਦੇ ਪਿਆਰ ਨੂੰ ਅਸਾਂ ਪਰਤ ਲਿਆ ਏ। ਮਾਰੇ ਕੁਬਜਾਂ ਦੇ ਹਿੱਕੇ ਇੱਕ ਗਿਆਨ ਗੋਲੀ, ਬੂਹੇ ਵੜਦਿਆਂ ਜਿੰਨਾ ਪਰਮਾ ਲਿਆ ਏ। ਉਦੋਂ ਕੇਰੜੂ ਮੋਠ ਵਿੱਚ ਮੋਹ ਪਾ ਕੇ ਅਸਾਂ ਆਪਣਾ ਆਪ ਗਵਾ ਲਿਆ ਏ। ਦੁੱਖਾ ਪੀ ਲਿਆ ਗਮ ਨੇ ਖਾ ਲਿਆ ਏ, ਕੁੰਦਨ ਦੇਹੀ ਨੂੰ ਰੋਗ ਜਿਹਾ ਲਾ ਲਿਆ ਏ। ਇਹਨਾਂ ਤਿਲਾਂ ਵਿੱਚ ਤੇਲ ਹੁਣ ਜਾਪਦਾ ਨਹੀਂ, ਸਾਡਾ ਹੀਜ ਪਿਆਜ ਮੈਂ ਢੋ ਲਿਆ ਹੈ। ਹੱਛਾ ਸੁੱਖ ਜਿੱਥੇ ਜਾਏ ਘੁੱਗ ਵਸੇ, ਸਾਡੇ ਦਿਲੋਂ ਵੀ ਕਿਸੇ ਨੇ ਖੋਹ ਲਿਆ ਹੈ। ਰਾਧਾ ਕਹਿੰਦੀ ਉਦੋਂ ਸ਼੍ਰੀ ਕ੍ਰਿਸ਼ਨ ਜਿਹੜੇ ਹੈਗੇ ਨੇ ਸਾਡੇ ਵੱਲੋਂ ਉਪਦੇਸ਼ ਭੇਜ ਕੇ ਸਾਨੂੰ ਪਰਚਾਉਣ ਦੀ ਝੂਠੀ ਕੋਸ਼ਿਸ਼ ਕਰ ਰਹੇ ਨੇ। ਮੈਂ ਉਹਦੇ ਪਿਆਰ ਨੂੰ ਚੰਗੀ ਤਰ੍ਹਾਂ ਅਜ਼ਮਾ ਚੁੱਕੀ ਹਾਂ। ਉਹ ਗਿਆਨ ਅਤੇ ਉਪਦੇਸ਼ ਦੀ ਗੋਲੀ ਜਿਹੜੀ ਹੈਗੀ ਹੈ ਉਹ ਕੁਬਜ ਦੀ ਹਿੱਕ ਦੇ ਵਿੱਚ ਜਾ ਕੇ ਮਾਰੇ, ਅਤੇ ਜਿਸ ਬੂਹੇ ਉਹ ਵੜਿਆ ਹੀ ਉਹਨੂੰ ਭਰਮਾ ਲਿਆ ਹੈ। ਸਾਡੇ ਉੱਪਰ ਕਿਸੇ ਫੋਕੇ ਜਿਹੜੇ ਤੇਰੇ ਗਿਆਨ ਦਾ ਅਸਰ ਨਹੀਂ ਹੋਣਾ। ਸਾਨੂੰ ਨਹੀਂ ਪਤਾ ਕਿ ਉਹ ਕਿਸੇ ਦੇ ਪਿਆਰ ਦੇ ਵਿੱਚ ਰੱਤਾ ਕਦਰ ਨਹੀਂ ਜਾਣਦਾ। ਉਦੋਂ ਅਸੀਂ ਤਾਂ ਕੋਰੜੂ ਮੋਠ ਵਿੱਚ ਮੋਹ ਪਾ ਕੇ ਆਪਣਾ ਆਪ ਗਵਾ ਲਿਆ ਹੈ। ਸਾਨੂੰ ਦੁੱਖਾਂ ਨੇ ਪੀ ਲਿਆ ਹੈ, ਗਮਾਂ ਨੇ ਖਾ ਲਿਆ ਹੈ। ਸਾਡੇ ਸੋਨੇ ਵਰਗੇ ਸਰੀਰ ਨੂੰ ਇੱਕ ਰੋਗ ਜਿਹਾ ਲੱਗ ਗਿਆ, ਪਰ ਉਹਦੇ ਉੱਪਰ ਕੋਈ ਅਸਰ ਨਹੀਂ। ਸਗੋਂ ਕੁੱਬੀ ਮਾਲਣ ਨਾਲ ਪਿਆਰ ਪਾ ਕੇ ਉਹ ਸਾਨੂੰ ਭੁਲਾ ਬੈਠਾ ਹੈ। ਮੈਨੂੰ ਹੁਣ ਇਹਨਾਂ ਤਿਲਾਂ 'ਚ ਤੇਲ ਨਹੀਂ ਲੱਗਦਾ। ਮੈਂ ਉਸ ਦਾ ਸਾਰਾ ਭੇਤ ਜਾਣ ਗਈ ਹਾਂ। ਉਹਦੇ ਇਸ ਤਰ੍ਹਾਂ ਕਰਨ 'ਤੇ ਵੀ ਮੈਂ ਬੁਰਾ ਨਹੀਂ ਮਨਾਉਂਦੀ। ਉਹ ਜਿੱਥੇ ਮਰਜ਼ੀ ਚਾਹੇ ਸੁਖੀ ਵਸਦਾ ਰਵੇ, ਮੇਰੇ ਦਿਲ ਕੋਲੋਂ ਉਹਨੂੰ ਕੋਈ ਖੋਹ ਨਹੀਂ ਸਕਦਾ। ਅਰਥਾਤ ਮੇਰਾ ਪਿਆਰ ਉਹਦੇ ਨਾਲ ਹਮੇਸ਼ਾ ਕਾਇਮ ਰਹੇਗਾ, ਚਾਹੇ ਕਿੰਨੀ ਮਰਜ਼ੀ ਉਹ ਬੇਵਫਾਈਆਂ ਕਰੀ ਜਾਏ। ਅੱਗੇ ਆਖੀ ਪ੍ਰੇਮੇ ਪਿੱਛਾ ਆਖੀ ਕੱਚਿਆਂ ਸੱਚ ਨੂੰ ਲਾਜ ਲਾਇਓ, ਸੁੱਖਣ ਪਾਲਣੋਂ ਵੀ ਬਸ ਰਹਿ ਗਿਓ ਵੇ। ਕਾਲੇ ਭੌਰ ਦੀ ਬਾਣ ਨਾ ਗਈ ਤੇਰੀ, ਜਿੱਥੇ ਫੁੱਲ ਡਿੱਠਾ ਉੱਥੇ ਬਹਿ ਗਿਓ ਵੇ। ਸਾਨੂੰ ਗਿਆਨ ਦੇ ਖੂਹਾਂ ਵਿੱਚ ਦੇ ਤੱਕੇ, ਆਪ ਮਾਲਣ ਦੇ ਰੋੜ ਵਿੱਚ ਬਹਿ ਗਿਓ ਵੇ। ਡੰਗਰ ਚਾਰ ਦਾ ਵੜ ਗਿਓ ਸ਼ੀਸ਼ ਮੈਲੀ, ਘੋਟ ਘੋਟ ਗੱਲਾਂ ਕਰਨ ਡਹਿ ਵਿਓ ਵੇ। ਅੱਛਾ ਕੰਸ ਦੀਆਂ ਗੱਦੀਆਂ ਸਾਂਭੀਆਂ ਨਹੀਂ, ਸਾਡੇ ਨਾਲ ਵੀ ਅੰਗ ਕੁਝ ਪਾਲ ਛੱਡਦੇ, ਕੋਈ ਮਹਿਲਾਂ ਦੀਆਂ ਲੂਲਾਂ ਨਹੀਂ ਲਾ ਖੜਦਾ। ਰਾਧਾ ਕਹਿੰਦੀ ਹੈਗੀ ਹੈ ਉਦੋਂ ਨੂੰ ਕਿ ਤੂੰ ਸ਼੍ਰੀ ਕ੍ਰਿਸ਼ਨ ਨੂੰ ਜਾ ਕੇ ਕਹਿ ਕਿ ਉਹ ਝੂਠਾ ਹੈ, ਉਹਨੇ ਸੱਚ ਨੂੰ ਲਾਜ ਲਾਈ ਹੈ। ਉਹਨੂੰ ਜਾ ਕੇ ਆਖੀ ਕਿ ਰਾਧਾ ਕਹਿੰਦੀ ਹੈ ਕਿ ਉਹ ਹੁਣ ਇਕਰਾਰ ਪਾਲਣ ਤੋਂ ਵੀ ਗਿਆ। ਉਸ ਦੇ ਕਾਲੇ ਭੌਰ ਦੀ ਆਦਤ ਨਹੀਂ ਗਈ ਕਿ ਜਿੱਥੇ ਸੋਹਣਾ ਫੁੱਲ ਦੇਖਿਆ ਉੱਥੇ ਹੀ ਬੈਠ ਗਿਆ। ਉਹ ਸਾਨੂੰ ਗਿਆਨ ਦੇ ਖੂਹਾਂ 'ਚ ਧੱਕੇ ਦਿੰਦਾ ਫਿਰਦਾ ਹੈ, ਪਰ ਆਪ ਕੁੱਬੀ ਮਾਲਣ ਦੇ ਪਿਆਰ ਦੇ ਵਿੱਚ ਰੁੜਿਆ ਬੈਠਾ। ਅਰਥਾਤ ਉਹਨੂੰ ਪਿਆਰ ਪਾ ਬੈਠਾ ਉਹ ਕਿਸੇ ਨਾਲ। ਇੱਥੇ ਉਹ ਡੰਗਰ ਚਾਰਦਾ ਹੁੰਦਾ ਸੀ, ਪਰ ਹੁਣ ਸ਼ੀਸ਼ ਮਹਿਲ ਵਿੱਚ ਚਲਾ ਗਿਆ, ਜਿਸ ਕਰਕੇ ਉਹ ਬਣਾ ਕੇ ਗੱਲਾਂ ਕਰਨ ਲੱਗ ਪਿਆ। ਅੱਛਾ ਮੈਂ ਸਮਝਦੀ ਹਾਂ ਕਿ ਉਹਨੇ ਕੰਸ ਦੀਆਂ ਗੱਦੀਆਂ ਸਾਂਭੀਆਂ ਨੇ, ਉਹ ਰਾਜਾ ਬਣ ਗਿਆ। ਉਹਨੂੰ ਚਾਹੀਦਾ ਹੈ ਕਿ ਉਹ ਸਾਡੇ ਨਾਲ ਵੀ ਆਪਣਾ ਸਾਥ ਨਿਭਾਵੇ, ਪਰ 2 ਦਿਨ ਮਹਿਲ ਦਿਖਾ ਤਾਂ ਸਾਨੂੰ, ਅਸੀਂ ਉਹਦੇ ਮਹਿਲਾਂ ਦੀ ਸਜਾਵਟ ਤਾਂ ਨਹੀਂ ਲਾ ਖੜਨੀ। ਅੱਗੇ ਕਹਿੰਦੀ ਆਖੀ ਪ੍ਰੇਮੇ ਪਿੱਛਾ ਨਹੀਂ ਮੁੜਨ ਜੋਗਾ, ਬੜੇ ਸਿਦਕ ਦੇ ਠਿਲਦੇ ਰਹਿਣਗੇ ਵੇ। ਇਹਨਾਂ ਨਵਾਂ ਤੋਂ ਮਾਸ ਨਹੀਂ ਵੱਖ ਹੋਣਾ, ਜਦ ਤੱਕ ਚੰਦ ਸੂਰਜ ਲੈਣਗੇ ਵੇ। ਇਸ ਇਸ਼ਕ ਦੀ ਛਿੜੇਗੀ ਵਾਰ ਮਾਈਆ, ਜਿੱਥੇ 4 ਬੰਦੇ ਰਲ ਕੇ ਬਹਿਣਗੇ ਵੇ। ਕੜੀਆਂ ਕੁਬਜਾਂ ਦੀ ਕਿਸੇ ਨਹੀਂ ਨੌ ਲੈਣਾ, ਰਾਧਾ ਆ ਕੇ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ। 360 ਜੁੜ ਪਏਗੀ ਨਾਰ ਤੈਨੂੰ, ਜਮ ਜਮ ਹੋਣ ਪਏ ਦੁੜੇ ਇਕਬਾਲ ਤੇਰੇ। ਪਰਲੋਤੀਕ ਪਰਮੰਦਰਾਂ ਵਿੱਚ ਚਾਤਰਿਕ, ਇਸੇ ਬੰਦੀ ਨੇ ਵਸਣਾ ਨਾਲ ਤੇ। ਰਾਧੋ ਕੀ ਕਹਿੰਦੀ ਹੈ ਉਦੋਂ ਨੂੰ? ਕਹਿੰਦੀ ਸ਼੍ਰੀ ਕ੍ਰਿਸ਼ਨ ਨੂੰ ਜਾ ਕੇ ਕਹੋ ਉਹ ਭਾਵੇਂ ਬੇਵਫਾ ਹੈ, ਪਰ ਮੇਰਾ ਪਿਆਰ ਪਿੱਛੇ ਮੁੜਨ ਵਾਲਾ ਨਹੀਂ ਹੈ। ਉਹ ਸਿਦਕ ਦੀ ਬੇੜੀ ਦੇ ਵਿੱਚ ਬੈਠ ਕੇ ਪਿਆਰ ਦੇ ਵਿੱਚ ਪੱਕੀ ਰਹੇਗੀ, ਅਤੇ ਇਸ ਬੇੜੀ ਨੂੰ ਕਦੇ ਪਿੱਛੇ ਨਹੀਂ ਮੁੜਨ ਦੇਵੇਗੀ, ਜਦ ਤੱਕ
ਚੰਦ ਸੂਰਜ ਲੈਂਦੇ ਰਹਿਣਗੇ, ਚੜ੍ਹਦੇ ਰਹਿਣਗੇ। ਮਤਲਬ ਕਿ ਦੁਨੀਆ ਕਾਇਮ ਰਹੇਗੀ, ਇਹਨਾਂ ਨਾਵਾਂ ਤੋਂ ਕਦੇ ਮਾਸ ਵੱਖ ਨਹੀਂ ਹੋ ਸਕਦਾ। ਸ਼੍ਰੀ ਕ੍ਰਿਸ਼ਨ ਜੀ ਦਾ ਅਤੇ ਉਹਦਾ ਜਿਹੜਾ ਪਿਆਰ ਹੈ ਉਹ ਕਦੇ ਟੁੱਟ ਨਹੀਂ ਸਕਦਾ। ਜਿੱਧਰ ਕਿਤੇ ਵੀ ਚਾਰ ਬੰਦੇ ਰਲ ਕੇ ਬੈਠ ਕੇ ਪ੍ਰੇਮ ਦੀ ਗੱਲ ਕਰਨਗੇ, ਉਹਨਾਂ ਦੀ ਹੀ ਪ੍ਰੇਮ ਕਹਾਣੀ ਦੀ ਗੱਲ ਕਰਨਗੇ। ਉਹਦੀਆਂ ਨਵੀਆਂ ਜਿਹੜੀਆਂ ਪ੍ਰੇਮਿਕਾਵਾਂ ਨੇ ਉਹ ਕੁਬਿਜਾਂ ਦਾ ਨਾਂ ਜਿਹੜੇ ਹੈਗਾ ਨਹੀਂ ਲਵੇਗਾ। ਸਗੋਂ ਜਿਹੜੀ ਰਾਧਾ ਹੈਗੀ ਹੈ ਉਹਦਾ ਨਾਮ ਸਾਰੇ ਲੋਕ ਪਹਿਲਾਂ ਲੈਣਗੇ, ਫਿਰ ਕ੍ਰਿਸ਼ਨ ਦਾ ਜਿਹੜਾ ਨਾਮ ਹੈ ਇਸ ਲੋਕ ਦੇ ਵਿੱਚ, ਇਸ ਦੁਨੀਆ ਦੇ ਵਿੱਚ ਲਿਆ ਜਾਵੇਗਾ। ਆਖਿਆ ਕਰਨਗੇ ਕਿ ਕੁਬਿਜਾਂ ਜਿਹੜੀਆਂ ਹੈਗੀਆਂ ਉਹ ਕ੍ਰਿਸ਼ਨ ਨੇ। ਮਤਲਬ ਕਿ ਕਿਸੇ ਨਾਲ ਵੀ ਪਿਆਰ ਪਾ ਲਏ ਉਹ ਉਸ ਹੱਦ ਤੱਕ ਨਹੀਂ ਪਹੁੰਚ ਸਕਦੇ ਜਿਸ ਸ਼ਿੱਦਤ ਨਾਲ ਜਾਂ ਜਿਸ ਮੋਹ ਪਿਆਰ ਨਾਲ ਉਹਦੇ ਨਾਮ ਦੇ ਨਾਲ ਰਾਧਾ ਦਾ ਨਾਮ ਜੁੜਿਆ। ਤਾਂ ਬੇਟੇ ਧਨੀ ਰਾਮ ਚਾਤ੍ਰਿਕ ਜੀ ਦੀ ਇਸ ਕਵਿਤਾ ਦਾ ਅੱਜ ਅਸੀਂ ਜਿਹੜੀ ਹੈਗੀ ਵਿਆਖਿਆ ਕੀਤੀ ਹੈ। ਇਹਨਾਂ ਦੀ ਸਿਰਫ ਇੱਕੋ ਹੀ ਕਵਿਤਾ ਸਾਡੀ ਕਿਤਾਬ ਦੇ ਵਿੱਚ ਹੈ। ਕੱਲ੍ਹ ਨੂੰ ਅਸੀਂ ਤੀਸਰਾ ਲੇਖਕ ਤਿਆਰ ਕਰਾਂਗੇ। ਜਿਹੜੀ ਵਿਆਖਿਆ ਹੁੰਦੀ ਹੈ ਉਹਨੂੰ ਧਿਆਨ ਨਾਲ ਸੁਣਿਆ ਕਰੋ ਤਾਂ ਜੋ ਤੁਹਾਨੂੰ ਪ੍ਰਸੰਗ, ਵਿਆਖਿਆ ਔਰ ਛੋਟੇ ਕੁਐਸਚਨ ਚੰਗੀ ਤਰ੍ਹਾਂ ਯਾਦ। ਉਮੀਦ ਹੈ ਤੁਹਾਨੂੰ ਅੱਜ ਦਾ ਟੌਪਿਕ ਸਮਝ ਆਇਆ ਹੋਵੇਗਾ। ਧੰਨਵਾਦ।